बहुत ही प्यारे बच्चों, मैं ਤੁਹਾਡਾ ਬਨੀਤ ਕੁਮਾਰ। ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਪਿਆਰ ਭਰੀ ਨਮਸਕਾਰ। ਪੇਸ਼ ਹੈ ਅੱਜ ਦਾ 14ਵਾਂ ਲੈਸਨ ਕਲਾਸ 6ਵੀਂ 14ਵਾਂ ਲੈਸਨ ਕਲਾਸ 6ਵੀਂ ਗੁਪਤ ਸਾਮਰਾਜ। ਤਾਂ ਪਿਆਰੇ ਬੱਚਿਓ, ਅਸੀਂ ਅੱਜ ਮੌਰੀਆ ਵੰਸ਼ ਮੌਰੀਆ ਕਾਲ ਗੁਪਤ ਸਾਮਰਾਜ ਬਾਰੇ ਵਿਸਤਾਰ ਸਹਿਤ ਪੜਾਂਗੇ। ਮੈਂ ਕੀ ਸੋਚਦਾ ਹਾਂ, ਤਸਵੀਰ ਦੇਖੋ। ਸੀ ਮੈਂ ਕੀ ਦੇਖਦਾ ਹਾਂ, ਮੈਂ ਕਿਉਂ ਹੈਰਾਨ ਹੁੰਦਾ ਹਾਂ। ਵੰਡਰ, ਸੀ ਥਿੰਕ ਐਂਡ ਵੰਡਰ। ਤਾਂ ਪਿਆਰੇ ਬੱਚਿਓ, ਦਿਸ਼ਾਵਾਂ ਕਿੰਨੀਆਂ ਹੁੰਦੀਆਂ ਹਨ? ਨੌਰਥ, ਵੈਸਟ, ਈਸਟ, ਸਾਊਥ। ਤਾਂ ਤੁਸੀਂ ਨਿਊਜ਼ ਦੀ ਪਰਿਭਾਸ਼ਾ ਸੁਣੀ ਹੈ ਪਿਆਰੇ ਬੱਚਿਓ। ਤਾਂ ਉਹਦੇ ਵਿੱਚ ਕੀ ਹੁੰਦਾ, ਤਾਂ ਨਿਊਜ਼ ਦਾ ਮਤਲਬ ਹੁੰਦਾ ਚਾਰੇ ਦਿਸ਼ਾਵਾਂ ਦੇ ਵਿੱਚੋਂ ਵੱਖ-ਵੱਖ ਘਟਨਾਵਾਂ। ਤਾਂ ਨਿਊਜ਼ ਮਿਲ ਕੇ ਬਣਦਾ। ਸਾਰੀਆਂ ਦਿਸ਼ਾਵਾਂ ਦੇ ਨਾਂ ਦੱਸੋ। ਮੈਂ ਪਹਿਲਾਂ ਹੀ ਦੱਸ ਚੁੱਕਿਆ, ਨੌਰਥ, ਈਸਟ, ਵੈਸਟ, ਸਾਊਥ। ਤੁਸੀਂ ਭਾਰਤ ਦੀ ਕਿਸ ਦਿਸ਼ਾ ਵਿੱਚ ਰਹਿੰਦੇ ਹੋ? ਜੇ ਆਪਾਂ ਭਾਰਤ ਦੀ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਉੱਪਰ ਜੰਮੂ ਕਸ਼ਮੀਰ, ਉਸ ਤੋਂ ਬਾਅਦ ਥੋੜ੍ਹੀ ਜਿਹੀ ਨੀਚੇ ਆਈਏ ਤਾਂ ਪੰਜਾਬ। ਤਾਂ ਇਟ ਮੀਨਸ ਆਪਾਂ ਨੌਰਥ ਦੇ ਵਿੱਚ ਗੱਲ ਕਰ ਰਹੇ ਹਾਂ। ਕਿਹੜੀ ਦਿਸ਼ਾ ਦਾ ਇਲਾਕਾ ਜ਼ਿਆਦਾਤਰ ਉਪਜਾਊ ਅਤੇ ਮੈਦਾਨੀ ਹੈ? ਤਾਂ ਪੰਜਾਬ ਦਾ ਜਿਹੜਾ ਇਲਾਕਾ ਅਸੀਂ ਉਹਨੂੰ ਉਪਜਾਊ ਅਤੇ ਮੈਦਾਨੀ ਮੰਨਦੇ ਹਾਂ। ਭਾਰਤ 'ਤੇ ਕਿਹੜੇ ਰਾਜਿਆਂ ਨੇ ਰਾਜ ਕੀਤਾ? ਤਾਂ ਭਾਰਤ ਦੇ ਉੱਤੇ ਗੁਪਤ ਸਾਮਰਾਜ, ਸਿਕੰਦਰ, ਇਬਰਾਹਿਮ, ਬਹੁਤ ਕਈ ਰਾਜਿਆਂ ਨੇ ਰਾਜ ਕੀਤਾ। ਤਾਂ ਅੱਜ ਅਸੀਂ ਉਸ ਬਾਰੇ ਚਰਚਾ ਕਰਾਂਗੇ। ਬੁੱਧ ਬਾਰੇ ਤੁਸੀਂ ਕੀ ਜਾਣਦੇ ਹੋ? ਸਾਡੇ ਦੇਸ਼ ਵਿੱਚ ਕਿਹੜੇ ਕਿਹੜੇ ਧਰਮਾਂ ਦੇ ਲੋਕ ਰਹਿੰਦੇ ਹਨ? ਪਿਆਰੇ ਬੱਚਿਓ, ਸਾਡੇ ਜਿਹੜੇ ਦੇਸ਼ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ। ਸਿੱਖ, ਈਸਾਈ, ਮੁਸਲਿਮ, ਤਾਂ ਸਾਰੇ ਮਿਲ ਕੇ ਰਹਿੰਦੇ ਆ, ਸਾਰੇ ਹੀ ਭਾਈ ਭਾਈ। ਪ੍ਰਾਂਤ ਦਾ ਪ੍ਰਬੰਧ ਕਿਸ ਦੁਆਰਾ ਚਲਾਇਆ ਜਾਂਦਾ ਹੈ? ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਰਾਜੇ ਰਾਜ ਦਾ ਪ੍ਰਬੰਧ ਕਿਵੇਂ ਚਲਾਉਂਦੇ ਸੀਗੇ? ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਸੀ ਜਿਹੜੇ ਰਾਜੇ ਸੀਗੇ, ਉਹ ਆਪਣੇ ਹਿਸਾਬ ਦੇ ਨਾਲ ਜਿਹਦੀ ਤਾਕਤ ਜਿੰਨੀ ਹੁੰਦੀ ਸੀ, ਉਹ ਇਲਾਕਾ ਉਸ ਦਾ ਹੀ ਹੁੰਦਾ ਸੀ। ਕੀ ਤੁਸੀਂ ਕਦੇ ਪੁਰਾਤਨ ਕਲਾ ਦੇ ਨਮੂਨੇ ਦੇਖੇ ਹਨ? ਕੀ ਤੁਸੀਂ ਕਦੇ ਸਤੂਪ ਵੇਖੇ ਹਨ? ਬੱਚਿਓ, ਕੀ ਤੁਸੀਂ ਕਦੇ ਸ਼ਾਤਵਾਹਨ ਦਾ ਨਾਂ ਸੁਣਿਆ ਹੈ? ਤਾਂ ਪਿਆਰੇ ਬੱਚਿਓ, ਅੱਜ ਅਸੀਂ ਗੱਲ ਕਰਾਂਗੇ ਗੁਪਤ ਸਾਮਰਾਜ ਦੀ। ਤਾਂ ਉਹਦੇ ਵਿੱਚ ਸ਼ਾਤਵਾਹਨ, ਪੁਰਾਤਨ ਕਲਾ, ਸਤੂਪ ਜੇ ਤੁਸੀਂ ਨਹੀਂ ਦੇਖੇ ਤਾਂ ਇਸ ਪਾਠ ਦੇ ਵਿੱਚ ਤਸਵੀਰਾਂ ਦੇ ਅਨੁਸਾਰ ਅਸੀਂ ਜਿਹੜਾ ਅੱਜ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਮੈਂ ਤਸਵੀਰ ਦਿਖਾਈ ਹੋਈ ਆ, ਸ਼ਾਤਵਾਹਨ, ਗੌਤਮੀ ਪੁੱਤਰ ਸਾਤਕਰਨੀ। ਬਹੁਤ ਮਹਾਨ ਸ਼ਾਤਵਾਹਨ ਸ਼ਾਸਕ ਸੀਗਾ ਜਿਹੜਾ। ਇਹਨੇ 106 ਈਸਵੀ ਤੋਂ 130 ਈਸਵੀ ਤੱਕ ਰਾਜ ਕੀਤਾ। ਉਹ ਇੱਕ ਮਹਾਨ ਜੇਤੂ ਦਿਆਲੂ ਰਾਜਾ ਸੀ। ਸ਼ਾਤਵਾਹਨ ਦੀਆਂ ਪ੍ਰਾਪਤੀਆਂ: ਸ਼ਾਸਨ ਪ੍ਰਬੰਧ, ਰਾਜਾ ਧਰਮ ਦਾ ਰੱਖਿਅਕ, ਦੇਵੀ ਸ਼ਕਤੀਆਂ ਦਾ ਧਾਰਨੀ ਮੰਨਿਆ ਜਾਂਦਾ ਸੀ। ਸਾਮਰਾਜਾਂ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤਾਂ ਦਾ ਪ੍ਰਬੰਧ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ। ਤਾਂ ਮੈਂ ਪਹਿਲਾਂ ਆਪਾਂ ਨੇ ਗੱਲ ਕੀਤੀ ਆ ਕਿ ਰਾਜੇ ਮਹਾਰਾਜੇ ਸੀ ਜਿਹੜੇ, ਉਹ ਆਪਣੇ ਪ੍ਰਬੰਧ ਨੂੰ ਚਲਾਉਣ ਦੇ ਲਈ ਕੀ ਕਰਦੇ ਸੀ? ਉਹ ਸ਼ਕਤੀਆਂ ਸੀ ਜਿਹੜੀਆਂ ਆਪਸ ਦੇ ਵਿੱਚ ਵੰਡਦੇ ਸੀ। ਤਾਂ ਜਿੱਦਾਂ ਹੁਣ ਭਾਰਤ ਸਟੇਟ ਆ, ਤਾਂ ਇੱਕ ਸੈਂਟਰ ਦੀ ਸਰਕਾਰ ਆ, ਉਸ ਤੋਂ ਬਾਅਦ ਇੱਕ ਪ੍ਰਾਂਤਾਂ ਦੀਆਂ ਸਰਕਾਰਾਂ ਨੇ। ਤਾਂ ਜਦੋਂ ਰਾਜ ਪ੍ਰਬੰਧ ਸੀਗਾ, ਸ਼ਾਤਵਾਹਨ ਸੀਗਾ, ਉਸ ਟਾਈਮ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤਾਂ ਦਾ ਪ੍ਰਬੰਧ ਉਹਦੇ ਵਿੱਚ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ। ਤਾਂ ਜਿਹੜਾ ਹੁਣ ਆ ਪ੍ਰਾਂਤ ਆ, ਜਿਹੜਾ ਮੰਨ ਲਓ ਸੂਬਾ ਕਹਿੰਦੇ ਆ ਜਿਹਨੂੰ ਅਸੀਂ, ਉਹਦਾ ਪ੍ਰਬੰਧ ਆ ਜਿਹੜਾ ਉਹ ਕਿਹਦੇ ਦੁਆਰਾ ਚਲਾਇਆ ਜਾਂਦਾ? ਮੁੱਖ ਮੰਤਰੀ ਦੁਆਰਾ ਚਲਾਇਆ ਜਾਂਦਾ ਹੈ। ਸ਼ਾਤਵਾਹਨ ਦੀਆਂ ਪ੍ਰਾਪਤੀਆਂ, ਆਰਥਿਕ ਦਸ਼ਾ। ਸ਼ਾਤਵਾਹਨ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ ਬਣਾਈਆਂ। ਉਹਨਾਂ ਨੇ ਅੰਦਰੂਨੀ ਅਤੇ ਵਿਦੇਸ਼ੀ ਦੋਵੇਂ ਤਰ੍ਹਾਂ ਦੇ ਵਪਾਰ ਨੂੰ ਪ੍ਰਫੁੱਲਿਤ ਕੀਤਾ। ਤਾਂ ਜਿਹੜੀ ਆਰਥਿਕ ਦਸ਼ਾ, ਇਕਨੋਮਿਕਸ ਡਿਸੀਜ਼ਨ, ਤਾਂ ਉਹਦੇ ਵਿੱਚ ਕੀ ਹੁੰਦਾ? ਜੇਕਰ ਸਾਡਾ
ਅਸੀਂ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਦੂਸਰੇ ਦੇਸ਼ਾਂ ਦੇ ਨਾਲ ਕੀ ਕਰਨਾ ਪਊ? ਵਪਾਰ ਕਰਨਾ ਪਊ। ਵਪਾਰ ਕਰਨ ਦੇ ਲਈ ਸਾਡੇ ਕੋਲੇ ਜਿਹੜੇ ਆਵਾਜਾਈ ਦੇ ਸਾਧਨ ਨੇ ਉਹ ਪ੍ਰਫੁੱਲਿਤ ਹੋਣੇ ਚਾਹੀਦੇ ਆ। ਤਾਂ ਸਾਤ ਵਾਹਨ ਦੇ ਸਮੇਂ ਦੇ ਅਨੁਸਾਰ ਉਹਨਾਂ ਨੇ ਨਗਰਾਂ ਤੇ ਪਿੰਡਾਂ ਨੂੰ ਜੋੜਨ ਲਈ ਸੜਕਾਂ ਬਣਾਈਆਂ ਸੀਗੀਆਂ। ਤਾਂ ਆਪਸ ਦੇ ਵਿੱਚ ਪਿੰਡ ਜੁੜ ਗਏ ਸੀ। ਅਤੇ ਜਿਹੜਾ ਹੁਣ ਵੀ ਅਸੀਂ ਖੇਤਰ ਨੂੰ ਮੰਨਦੇ ਹਾਂ ਵੀ ਅੱਜ ਕ੍ਰਾਂਤੀ ਆਈ ਆ, ਤਾਂ ਉਹ ਸੜਕਾਂ ਜਾਂ ਸਮੁੰਦਰੀ ਰਸਤੇ ਨੇ ਜਿਹੜੇ ਉਹ ਕੀ ਹੋਇਆ, ਡਿਵੈਲਪ ਹੋਇਆ, ਜਿਹਦੇ ਨਾਲ ਸਾਡਾ ਜਿਹੜਾ ਵਪਾਰ ਆ ਉਹ ਕੀ ਹੋਇਆ, ਬਹੁਤ ਵਧੀਆ ਫੁੱਲਿਆ। ਉਹਨਾਂ ਨੇ ਅੰਦਰੂਨੀ ਅਤੇ ਵਿਦੇਸ਼ੀ, ਅੰਦਰੂਨੀ ਦਾ ਭਾਵ ਆਪਣੇ ਦੇਸ਼ ਦੇ, ਵਿਦੇਸ਼ੀ ਦਾ ਮਤਲਬ ਜਿਹੜੇ ਬਾਹਰਲੇ ਦੇਸ਼ ਦੇ ਵਿੱਚੋਂ ਕੀ ਲੈਂਦੇ ਸੀ, ਉਹ ਵਪਾਰ ਨੂੰ ਪ੍ਰਫੁੱਲਿਤ ਕਰਦੇ ਸੀਗੇ। ਤਾਂ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ, ਤਾਂ ਧਰਮ ਦੀ ਜਿਹੜੀ ਕ੍ਰਿਸ਼ਨ ਸ਼ਿਵ ਜੀ ਮਹਾਰਾਜ ਦੀ ਤਸਵੀਰ ਆ ਧਰਮ ਦੇ ਵਿੱਚ, ਤਾਂ ਉਹਨਾਂ ਨੇ ਵਪਾਰ ਨੂੰ ਅੰਦਰੂਨੀ ਅਤੇ ਵਿਦੇਸ਼ੀ ਦੋਵੇਂ ਤਰ੍ਹਾਂ ਦੇ ਵਪਾਰ ਨੂੰ ਪ੍ਰਫੁੱਲਿਤ ਕੀਤਾ। ਧਰਮ ਦੇ ਵਿੱਚ ਕੀ ਕੀਤਾ ਉਹਨਾਂ ਨੇ? ਸਾਤਵਾਹਨ ਰਾਜੇ ਹਿੰਦੂ ਧਰਮ ਦੇ ਅਨੁਯਾਈ ਸੀ। ਅਨੁਯਾਈ ਦਾ ਮਤਲਬ ਪੁਜਾਰੀ ਸੀਗੇ, ਉਹਨਾਂ ਦੀ ਪੂਜਾ ਕਰਦੇ ਸੀਗੇ। ਆਮ ਤੌਰ 'ਤੇ ਵਿਸ਼ਨੂੰ ਅਤੇ ਸ਼ਿਵ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਸਾਤਵਾਹਨ ਦੇ ਸਮੇਂ ਦੇ ਵਿੱਚ ਦੋ ਸੀ ਜਿਹੜੇ ਦੇਵਤੇ ਮੁੱਖ ਮੰਨੇ ਗਏ ਆ, ਸ਼ਿਵ ਜੀ ਮਹਾਰਾਜ ਅਤੇ ਵਿਸ਼ਨੂੰ। ਤਾਂ ਸਾਤਵਾਹਨ ਦੇ ਲੋਕ ਸੀ ਜਿਹੜੇ ਉਹ ਇਹਨਾਂ ਦੋਨਾਂ ਦੇਵਤਿਆਂ ਦੀ ਹੀ ਕੀ ਕਰਦੇ ਸੀਗੇ? ਪੂਜਾ ਕਰਦੇ ਸੀਗੇ। ਕਲਾ ਅਤੇ ਭਵਨ ਨਿਰਮਾਣ। ਤਾਂ ਪਿਆਰੇ ਬੱਚਿਓ, ਟਾਈਮ ਨਾਲ ਕਲਾ ਜਿਹੜੀ ਆ ਪ੍ਰਫੁੱਲਿਤ ਹੁੰਦੀ ਆ। ਤਾਂ ਸਮੇਂ ਸੀ ਸਾਤਵਾਹਨ ਦਾ ਇੱਕ ਸਮਾਂ ਸੀ ਜਿਹੜਾ ਉਸ ਟਾਈਮ ਕਲਾ ਜਿਹੜੀ ਆਪਦੇ ਜੋਬਨ 'ਤੇ ਸੀ, ਜਿਹੜੀ ਤੁਸੀਂ ਅੱਜ ਵੀ ਆਪਾਂ ਮਾਣ ਕਰਦੇ ਹਾਂ ਇਸ ਚੀਜ਼ ਨੂੰ ਦੇਖ ਕੇ। ਜਿਸ ਤਰ੍ਹਾਂ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ, ਤਾਂ ਜਦੋਂ ਭਵਨ ਨਿਰਮਾਣ ਕੀਤਾ ਜਾਂਦਾ ਸੀ, ਜਿਹੜੀ ਅੱਜ POP ਜਾਂ ਅਸੀਂ ਹੋਰ ਚੀਜ਼ਾਂ ਦੇ ਨਾਲ ਕੰਧਾਂ ਨੂੰ ਸਜਾਉਂਦੇ ਹਾਂ, ਤਾਂ ਭਵਨ ਨਿਰਮਾਣ ਦੇ ਵਿੱਚ ਕਲਾ ਦਾ ਜਿਹੜਾ ਨਮੂਨਾ ਸੀ ਉਹ ਕੀ ਸੀਗਾ? ਉਹ ਇੱਦਾਂ ਘੋੜੇ ਬਣਾਉਂਦੇ ਸੀ, ਜਾਂ ਜਿੱਤ ਦੇ ਨਿਸ਼ਾਨ ਬਣਾਉਂਦੇ ਸੀਗੇ, ਤਾਂ ਜਾਂ ਸਿਨਰੀਆਂ ਬਣਾਉਂਦੇ ਸੀਗੇ। ਤਾਂ ਉਸ ਟਾਈਮ ਭਵਨ ਨਿਰਮਾਣ ਕਲਾ ਦੇ ਵਿੱਚ ਕੀ ਸੀ? ਸਾਤਵਾਹਨ ਨੇ ਪੱਛਮੀ ਦੱਖਣ ਵਿੱਚ ਪੱਥਰ ਕੱਟ ਭਵਨ ਨਿਰਮਾਣ ਕਲਾ ਗੁਫਾ ਮੰਦਰਾਂ ਨੂੰ ਸਮਰਪਿਤ ਦਿੱਤਾ। ਪੁਣੇ ਦੇ ਨੇੜੇ ਕਾਰਲੇ ਦਾ ਪੱਥਰ ਕੱਟ ਗੁਫਾ ਦੀ ਬਣਤਰ ਜਿੱਤਿਆ ਹਾਲ ਬਹੁਤ ਪ੍ਰਸਿੱਧ ਹੈ। ਤਾਂ ਇਹ ਜਿਹੜਾ ਉੱਥੋਂ ਦਾ ਹਾਲ ਸੀ ਜਿਹੜਾ ਬਹੁਤ ਪ੍ਰਸਿੱਧ ਆ। ਕਲਾ ਅਤੇ ਭਵਨ ਨਿਰਮਾਣ ਦੇ ਵਿੱਚ ਤੁਸੀਂ ਦੇਖਦੇ ਹੋ, ਉਹਦੇ ਵਿੱਚ ਕੀ ਆ? ਬਹੁਤ ਸਾਰੇ ਸਤੂਪ ਬਣਾਏ ਨੇ। ਜਿਹਦੀ ਮੈਂ ਪਹਿਲਾ ਕੁਐਸਚਨ ਪੁੱਛਿਆ ਸੀ, ਜਿਹੜੇ ਪਿਆਰੇ ਬੱਚਿਆਂ ਨੇ ਸਤੂਪ ਨਹੀਂ ਵੇਖੇ ਤਾਂ ਉਹ ਤੁਸੀਂ ਸਤੂਪ ਦੇਖ ਸਕਦੇ ਹੋ। ਸਾਚੀ ਦੇ ਸਤੂਪ ਨਾਲੋਂ ਅਮਰਾਵਤੀ ਦਾ ਸਤੂਪ ਬਹੁਤ ਸੁੰਦਰਤਾ ਨਾਲ ਸਜਾਇਆ ਗਿਆ ਹੈ। ਇਸ ਵਿੱਚ ਬੁੱਧ ਦੇ ਜੀਵਨ ਦੀ ਸਾਰੀ ਕਹਾਣੀ ਨੂੰ ਦਰਸਾਉਂਦੇ ਹੋਏ ਚਿੱਤਰ ਤਰਾਸ਼ੇ ਗਏ ਹਨ। ਤਾਂ ਦੇਖੋ ਜੀ, ਬੁੱਧ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਸਾਨੂੰ 500-600 ਈਸਵੀ ਦੀਆਂ ਨੇ, ਤਾਂ ਬੁੱਧ ਧਰਮ ਦੀਆਂ ਇੱਕ ਅਲੱਗ ਦਿਸ਼ਾ ਪ੍ਰਦਾਨ ਕੀਤੀ ਆ। ਤਾਂ ਉਹਦੀ ਜਿਹੜੀ ਜੀਵਨ ਦੀ ਕਹਾਣੀ ਆ ਉਹ ਸਤੂਪਾਂ ਦੇ ਵਿੱਚ ਦਰਸਾਈ ਗਈ ਆ। ਤਾਂ ਦੋ ਸਤੂਪ ਨੇ ਜਿਹੜੇ, ਸਾਂਚੀ ਸਤੂਪ ਅਤੇ ਅਮਰਾਵਤੀ ਸਤੂਪ ਆ, ਜਿਹੜਾ ਬਹੁਤ ਸੁੰਦਰਤਾ ਦੇ ਨਾਲ ਦਰਸਾਏ ਗਏ ਨੇ। ਤਾਂ ਜਿਹੜਾ ਚਿੱਤਰ ਦੇ ਵਿੱਚ ਸਾਨੂੰ ਦਿਖਾਇਆ ਗਿਆ ਹੈਗਾ, ਜਿਹੜੀ ਬੁੱਧ ਦੇ ਜੀਵਨ ਦੀਆਂ ਕਹਾਣੀਆਂ ਨੂੰ ਦਰਸਾਉਂਦੇ ਹੋਏ ਜਿਹੜੇ ਸਤੂਪ ਨੇ ਉਹ ਦਰਸਾਏ ਗਏ ਹਨ। ਮਿਥਿਹਾਸ ਕੀ ਹੁੰਦਾ? ਕਿ ਲੋਕਾਂ ਦੀ ਇੱਕ ਜਿਹੜਾ ਉਹਨਾਂ ਦਾ ਆਪਦਾ ਮਨ ਹੁੰਦਾ ਵੀ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ। ਅਸੀਂ ਮਿਥਿਹਾਸ ਸ਼ਬਦ ਦਾ ਅਰਥ ਇਹ ਲੈਂਦੇ ਹਾਂ। ਸਾਤਵਾਹਨ ਦੇ ਸਮੇਂ ਰਾਜ ਪ੍ਰਬੰਧ ਬਹੁਤ ਵਧੀਆ ਨਹੀਂ ਸਨ। ਅਸੀਂ ਇੱਕ ਕਲਪਨਾ ਕੀਤੀ ਆ, ਮੈਨੂੰ ਲੱਗਦਾ ਵੀ ਉਦੋਂ ਵਧੀਆ ਨਹੀਂ ਸੀ। ਸਾਤਵਾਹਨ ਰਾਜੇ ਬੁੱਧ ਧਰਮ ਦੇ ਅਨੁਯਾਈ ਸਨ। ਪ੍ਰਾਂਤਾਂ ਦਾ ਪ੍ਰਬੰਧ ਰਾਜੇ ਦੁਆਰਾ ਚਲਾਇਆ ਜਾਂਦਾ ਸੀ। ਤਾਂ ਜਿਹੜਾ ਸਾਤਵਾਹਨ ਦੇ ਸਮੇਂ ਰਾਜ ਪ੍ਰਬੰਧ ਸੀ ਜਿਹੜਾ ਬਹੁਤ ਵਧੀਆ ਸੀ। ਅਸੀਂ ਇੱਕ ਮੰਨ ਕੇ ਚੱਲਦੇ ਹਾਂ ਮਿਥਿਹਾਸ ਦੇ ਵਿੱਚ, ਜਾਂ ਜਦੋਂ ਅਸੀਂ ਕੋਈ ਚੀਜ਼ ਪੜ੍ਹਦੇ ਹਾਂ ਤਾਂ ਸਾਨੂੰ ਇਹ ਲੱਗਦਾ ਵੀ ਯਾਰ ਇਹ ਵਧੀਆ ਨਹੀਂ ਸੀ, ਪਰੰਤੂ ਜਿਹੜਾ ਸਾਤਵਾਹਨ ਦੇ ਸਮੇਂ ਸੀ ਜਿਹੜਾ ਰਾਜ ਪ੍ਰਬੰਧ ਉਹ ਬਹੁਤ ਵਧੀਆ ਸੀ। ਸਾਤਵਾਹਨ ਰਾਜੇ ਹਿੰਦੂ ਧਰਮ ਦੇ ਅਨੁਯਾਈ ਸਨ। ਠੀਕ ਹੈ ਜੀ, ਆਪਾਂ ਨੇ ਪਹਿਲਾਂ ਵੀ ਪੜ੍ਹਿਆ ਸੀ। ਪ੍ਰਾਂਤਾਂ ਦਾ ਪ੍ਰਬੰਧ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ। ਤਾਂ ਇਹ ਸੁਣਾ ਆਪਾਂ ਇਹਦੇ ਉੱਤਰ ਨੇ। ਗੌਤਮ ਪੁੱਤਰ ਸ਼ਾਂਤਕਰਨੀ ਕੌਣ ਸੀ? ਗੌਤਮ ਪੁੱਤਰ ਸ਼ਾਂਤਕਰਨੀ ਇੱਕ ਮਹਾਨ ਸਾਤਵਾਹਨ ਸ਼ਾਸਕ ਸੀ।
ਜਿਸ ਨੇ 106 ਈਸਵੀ ਤੋਂ 130 ਈਸਵੀ ਤੱਕ ਰਾਜ ਕੀਤਾ। ਤਾਂ ਗੌਤਮ ਪੁੱਤਰ ਕੌਣ ਸੀਗਾ? ਸ਼ਾਤਕਰਨੀ ਇੱਕ ਮਹਾਨ ਸਾਤਵਾਦਕ ਸ਼ਾਸਕ ਸੀਗਾ, ਜਿਸ ਨੇ 106 ਈਸਵੀ ਤੋਂ 130 ਈਸਵੀ ਤੱਕ ਕੀ ਕੀਤਾ? ਰਾਜ ਕੀਤਾ। ਸਾਤਵਾਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ ਕੀ ਕੀਤਾ? ਸਾਤਵਾਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ ਸੜਕਾਂ ਬਣਾਈਆਂ। ਤਾਂ ਮੈਂ ਪਹਿਲਾਂ ਪਿਆਰੇ ਬੱਚਿਓ ਦੱਸਿਆ, ਆਪਾਂ ਨੇ ਪੜ੍ਹਿਆ ਸੀ ਇਕਨੋਮਿਕਸ ਡਾਇਰੈਕਸ਼ਨ ਦੇ ਵਿੱਚ, ਜਿਹੜੇ ਜਦੋਂ ਅਸੀਂ ਵਪਾਰ ਪ੍ਰਫੁੱਲਿਤ ਕਰਨਾ ਤਾਂ ਸਾਨੂੰ ਦੂਸਰੇ ਦੇ ਨਾਲ ਜਿਹੜਾ ਸਾਡਾ ਕੀ ਹੋਣਾ ਚਾਹੀਦਾ? ਲਿੰਕ ਹੋਣਾ ਚਾਹੀਦਾ। ਅਸੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਸੌਖੇ ਨਾਲ ਜਾ ਸਕਦੇ ਹਾਂ, ਅਤੇ ਜਿੱਥੋਂ ਅਸੀਂ ਜਿਹੜੀਆਂ ਚੀਜ਼ਾਂ ਨੇ ਖਰੀਦ ਸਕਦੇ ਹਾਂ। ਤਾਂ ਸਾਤਵਾਹਨ ਦੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਸ਼ਹਿਰਾਂ ਨੂੰ, ਨਗਰਾਂ ਨੂੰ ਕਿਹਦੇ ਨਾਲ ਜੋੜਿਆ? ਪਿੰਡਾਂ ਦੇ ਨਾਲ ਜੋੜਿਆ। ਉਹਦੇ ਵਾਸਤੇ ਉਹਨਾਂ ਨੇ ਸੜਕਾਂ ਬਣਾਈਆਂ। ਉਹਨਾਂ ਨੇ ਅੰਦਰੂਨੀ ਅਤੇ ਵਿਦੇਸ਼ੀ ਦੋਵੇਂ ਤਰ੍ਹਾਂ ਦੇ ਵਪਾਰ ਨੂੰ ਪ੍ਰਫੁੱਲਿਤ ਕੀਤਾ। ਤਾਂ ਪਿਆਰੇ ਬੱਚਿਓ, ਅੰਦਰੂਨੀ ਅਤੇ ਬਾਹਰੀ ਵਪਾਰ ਤੁਸੀਂ ਸਮਝ ਹੀ ਗਏ। ਅੰਦਰੂਨੀ ਅਤੇ ਵਿਦੇਸ਼ੀ ਵਪਾਰ ਕੀ ਸੀਗੇ? ਇਹ ਉਹ ਵਪਾਰ ਸੀਗੇ ਜਿਹਦੇ ਨਾਲ ਜਿਹਨੂੰ ਕੱਚੇ ਮਾਲ ਦੀ ਲੋੜ ਸੀ ਤਾਂ ਕੱਚਾ ਮਾਲ ਭੇਜਿਆ ਜਾਂਦਾ ਸੀ, ਜੇ ਪੱਕੇ ਮਾਲ ਦੀ ਲੋੜ ਸੀ ਤਾਂ ਪੱਕਾ ਮਾਲ ਭੇਜਿਆ ਜਾਂਦਾ ਸੀ। ਤਾਂ ਉਸ ਦੇ ਵਿੱਚ ਵਟਾਂਦਰਾ ਹੁੰਦਾ ਸੀ, ਅਤੇ ਜਿਹਦੇ ਨਾਲ ਜਿਹੜਾ ਵਸਤੂ ਆ ਉਹ ਕੀ ਹੁੰਦੀ ਸੀ? ਸਸਤੀ ਹੁੰਦੀ ਸੀ, ਅਤੇ ਕੀ ਹੁੰਦਾ ਸੀ? ਆਮਦਨ ਦੇ ਸਾਧਨ ਵੀ ਕੀ ਹੁੰਦੇ ਸੀ? ਵੱਧਦੇ ਸਨ। ਪ੍ਰਾਂਤਾਂ ਦਾ ਪ੍ਰਬੰਧ ਕਿਸ ਦੁਆਰਾ ਚਲਾਇਆ ਜਾਂਦਾ ਸੀ? ਤਾਂ ਮੈਂ ਪਿਆਰੇ ਬੱਚਿਓ ਦੱਸਿਆ ਤੁਹਾਨੂੰ, ਜਿਸ ਤਰ੍ਹਾਂ ਸਟੇਟ ਦਾ ਪ੍ਰਬੰਧ ਮੁੱਖ ਮੰਤਰੀ ਦੁਆਰਾ ਚਲਾਇਆ ਜਾਂਦਾ ਹੈ, ਤਾਂ ਪ੍ਰਾਂਤ ਦਾ ਪ੍ਰਬੰਧ ਸੈਨਾਪਤੀਆਂ ਦੁਆਰਾ ਚਲਾਇਆ ਜਾਂਦਾ ਸੀ। ਤਾਂ ਉਹਨਾਂ ਨੇ ਜਿਹੜਾ ਆਪਦਾ ਪ੍ਰਬੰਧ ਸੀ, ਇੱਕ ਪ੍ਰਬੰਧ ਨੂੰ ਚਲਾਉਣ ਵਾਸਤੇ ਉਹਨਾਂ ਨੇ ਆਪਦੇ ਇੱਕ ਛੋਟੇ ਛੋਟੇ ਪ੍ਰਾਂਤ ਬਣਾਏ ਸੀਗੇ, ਜਿਹਦੇ ਵਿੱਚ ਕੁਛ ਪ੍ਰਾਂਤਾਂ ਨੂੰ ਜਾਂ ਆਪਦੇ ਨਾਲ ਦੇ ਲੱਗਦਿਆਂ ਨੂੰ ਉਹਨਾਂ ਨੇ ਸੈਨਾਪਤੀਆਂ ਨੂੰ ਅਧਿਕਾਰ ਦਿੱਤੇ। ਸੈਨਾਪਤੀ ਤੋਂ ਉੱਪਰ ਮੁੱਖ ਸੈਨਾਪਤੀ ਜਿਹੜਾ ਹੁੰਦਾ ਸੀ, ਤਾਂ ਜਿਹੜਾ ਉਹਨਾਂ ਦਾ ਇੱਕ ਸਿਸਟਮ ਬਣਾਇਆ ਹੋਇਆ ਸੀ, ਜਿਹਦੇ ਨਾਲ ਪ੍ਰਬੰਧ ਅਤੇ ਲੋਕਾਂ ਨੂੰ ਦਾ ਜੀਵਨ ਪੱਧਰ ਬਾਰੇ ਪਤਾ ਲੱਗ ਸਕੇ। ਤਾਂ ਪਿਆਰੇ ਬੱਚਿਓ, ਸਾਤਵਾਹਨ ਰਾਜੇ ਕਿਸ ਧਰਮ ਦੇ ਅਨੁਯਾਈ ਸੀ? ਤਾਂ ਮੈਂ ਪਿਆਰੇ ਬੱਚਿਓ ਪਹਿਲਾਂ ਦੱਸ ਕੇ ਹਟਿਆ, ਕਿਹੜੇ ਕਿਹੜੇ ਦੱਸੇ ਸੀ ਪਿਆਰੇ ਬੱਚਿਓ? ਸਾਤਵਾਹਨ ਰਾਜੇ ਹਿੰਦੂ ਧਰਮ ਦੇ ਅਨੁਯਾਈ ਸੀ। ਤਾਂ ਮੈਂ ਹੋਰ ਵੀ ਦੱਸਿਆ ਸੀ, ਤਾਂ ਉਹ ਕਿਹੜੇ ਸ਼ਿਵ ਤੇ ਉਹਨਾਂ ਦੀ ਕੀ ਕਰਦੇ ਸੀਗੇ? ਪੂਜਾ ਕਰਦੇ ਸੀਗੇ। ਸਾਤਵਾਹਨ ਸਮੇਂ ਵਪਾਰੀ ਕਿਸ ਧਰਮ ਦੇ ਅਨੁਯਾਈ ਸੀਗੇ? ਵਪਾਰੀ ਕਿਹੜੇ ਸੀਗੇ? ਬੁੱਧ ਧਰਮ ਦੇ। ਤਾਂ ਮੈਂ ਉਹਦੇ ਵਿੱਚ ਦਿਖਾਇਆ ਸੰਤੂਪਾਂ ਦੇ ਵਿੱਚ ਜਿਹੜੇ ਬੁੱਧ ਧਰਮ ਨੂੰ ਅਪਣਾਉਂਦੇ ਸੀਗੇ, ਤਾਂ ਉਹਦੇ ਵਿੱਚ ਬੁੱਧ ਧਰਮ ਦੀ ਜੀਵਨ ਕਥਾਵਾਂ ਨੂੰ ਪੇਸ਼ ਕਰਦੇ ਆ। ਜਿਹੜੇ ਆਪਾਂ ਨੇ ਜਿਹੜੇ ਸਤੂਪ ਸੀਗੇ ਉਹ ਦਿਖਾਏ ਸੀਗੇ, ਜਿਹਦੇ ਵਿੱਚ ਸਾਰੀ ਦੀ ਸਾਰੀ ਜੀਵਨੀ ਆ ਉਹ ਦਿਖਾਈ ਗਈ ਹੈ। ਡੈਸ਼ ਇੱਕ ਮਹਾਨ ਸਾਤਵਾਹਨ ਸ਼ਾਸਕ ਸੀ। ਉਸ ਨੇ ਡੈਸ਼ ਈਸਵੀ ਤੋਂ ਡੈਸ਼ ਈਸਵੀ ਤੱਕ ਰਾਜ ਕੀਤਾ। ਪ੍ਰਬੰਧ ਡੈਸ਼ ਦੁਆਰਾ ਚਲਾਇਆ ਜਾਂਦਾ ਸੀ। ਵਪਾਰੀ ਡੈਸ਼ ਧਰਮ ਦੀ ਅਨੁਯਾਈ ਸੀ। ਸਾਤਵਾਹਨਾਂ ਨੇ ਡੈਸ਼ ਅਤੇ ਡੈਸ਼ ਨੂੰ ਜੋੜਨ ਲਈ ਸੜਕਾਂ ਬਣਾਈਆਂ ਸੀ। ਤਾਂ ਪਿਆਰੇ ਬੱਚਿਓ, ਵੈਸੇ ਤਾਂ ਤੁਹਾਨੂੰ ਕਿੰਨੇ ਵਾਰ ਇਹ ਚੀਜ਼ਾਂ ਕਰਵਾਤੀਆਂ, ਪਰ ਫਿਰ ਵੀ ਰਿਵੀਜ਼ਨ ਦੇ ਤੌਰ 'ਤੇ ਮੈਂ ਤੁਹਾਨੂੰ ਦੁਬਾਰੇ ਖਾਲੀ ਥਾਵਾਂ ਦੇ ਤੌਰ 'ਤੇ ਕੁਐਸਚਨਾਂ ਨੂੰ ਹੀ ਬਦਲਿਆ। ਤਾਂ ਜਿਹੜਾ ਪਹਿਲਾ ਕੁਐਸਚਨ, ਸਾਤਵਾਹਨ ਨੇ ਬਹੁਤ ਸਾਰੇ ਡੈਸ਼ ਬਣਾਏ। ਪਹਿਲਾ ਸੀ ਆਪਣੇ ਕੋਲੇ ਇੱਕ ਮਹਾਨ ਸਾਤਵਾਹਨ ਸ਼ਾਸਕ ਸੀ। ਕੌਣ ਸੀ ਉਹ? ਗੌਤਮੀ ਪੁੱਤਰ ਸਾਤਕਰਨੀ। ਦੂਸਰਾ ਆਪਾਂ ਨੇ ਕਰਿਆ ਸੀ ਕਿਹੜੀ ਈਸਵੀ ਤੋਂ ਕਿਹੜੀ ਈਸਵੀ ਤੱਕ ਰਾਜ ਕੀਤਾ ਉਹਨਾਂ ਨੇ? 106 ਈਸਵੀ ਤੋਂ 130 ਈਸਵੀ। ਜਿਹੜਾ ਪ੍ਰਾਂਤ ਦਾ ਪ੍ਰਬੰਧ ਸੀਗਾ ਉਹ ਕਿਸ ਦੁਆਰਾ ਚਲਾਇਆ ਜਾਂਦਾ ਸੀ? ਸੈਨਾਪਤੀ ਦੁਆਰਾ। ਵਪਾਰੀ ਡੈਸ਼ ਧਰਮ ਦੇ ਅਨੁਯਾਈ ਸੀ? ਬੁੱਧ ਧਰਮ ਦੇ। ਤਾਂ ਉਹਨਾਂ ਨੇ ਸੜਕਾਂ ਬਣਾਈਆਂ ਸੀ, ਕਿੰਨਾਂ ਨੂੰ ਜੋੜਦੀਆਂ ਸੀ ਉਹ? ਨਗਰਾਂ ਤੇ ਪਿੰਡਾਂ ਨੂੰ। ਸਾਤਵਾਹਨ ਨੇ ਬਹੁਤ ਸਾਰੇ ਡੈਸ਼ ਬਣਾਏ ਸੀ, ਸਤੂਪ ਬਣਾਏ ਸੀ। ਤਾਂ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਨਾਰਥ ਇੰਡੀਆ, ਉੱਤਰ ਦੇ ਵਿੱਚ ਗੁਪਤ ਸਾਮਰਾਜ, ਗੁਪਤ ਅੰਪੀਰੀਅਰ। ਤਾਂ ਤੁਸੀਂ ਨਕਸ਼ੇ ਦੇ ਵਿੱਚ ਦੇਖ ਰਹੇ ਹੋ ਪਿਆਰੇ ਬੱਚਿਓ, ਨਕਸ਼ੇ ਦੇ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਗੁਪਤ ਅੰਪੀਰੀਅਰ ਹੈ ਜਿਹੜਾ, ਇਹ ਆਪਾਂ ਨੂੰ ਦਿਖਾ ਰਿਹਾ ਇਲਾਕਾ ਪਟਾਲੀ ਪੁੱਤਰ ਦਾ ਇਲਾਕਾ, ਜਿਹੜਾ ਉਦੋਂ ਇਹਦੀ ਰਾਜਧਾਨੀ ਹੁੰਦਾ ਸੀ। ਇੰਡੋਸ ਬਾਉਂਡਰੀਆਂ ਇਸ ਤਰ੍ਹਾਂ ਹੁੰਦੀਆਂ ਸੀ। ਜਿਹੜਾ ਨਕਸ਼ਾ ਅੱਜ ਸੁਧਰਿਆ ਹੋਇਆ ਰੂਪ ਆ, ਜਿੱਥੇ ਤੁਸੀਂ ਰੈੱਡ ਲਾਈਨ ਦੇਖ ਰਹੇ ਹੋ,
ਤਾਂ ਇਹ ਰੈੱਡ ਲਾਈਨ ਆ ਜਿਹੜੀ ਅੱਜ ਆਹ ਛੜੀ ਇਹਦੇ ਵਿੱਚੋਂ ਰੈੱਡ ਤੇ ਨੀਲੀ ਲਾਈਨ ਦੇ ਵਿੱਚ ਡਿਫਰੈਂਸ ਆ। ਇਹ ਇੰਡੀਆ ਦਾ ਆਪਸ ਦੇ ਵਿੱਚ ਕੀ ਹੋਇਆ, ਜਿਹੜਾ ਆਪਣਾ ਸੁਧਰਿਆ ਹੋਇਆ ਰੂਪ ਆ, ਇਹ ਇੰਡੋਸ ਨੇ ਜਿਹੜੇ ਆਪਣੇ ਦੂਸਰੇ ਪਾਸੇ ਪਾਕਿਸਤਾਨ ਵਾਲੇ ਪਾਸੇ ਰਹਿ ਗਏ, ਇਹਦੇ ਵਿੱਚੋਂ ਕੱਟੇ ਗਏ ਆ। ਤਾਂ ਆਹ ਜਿਹੜਾ ਤੁਹਾਡਾ ਸਾਰਾ ਇਹ ਅਰਬਨ ਸੀ ਆ, ਇਹ ਜਿਹੜੀ ਬੇ ਆਫ ਬੰਗਾਲ ਤੇ ਜਿਹੜਾ ਆਪਣੇ ਥੱਲੇ ਆ ਸੈਲੋਨ, ਜਿਹਦੇ ਵਿੱਚ ਆਪਣੇ ਕੋਲੇ ਕੀ ਆ ਸ਼੍ਰੀਲੰਕਾ, ਜਿਹੜਾ ਇਹ ਹੈ ਇਹ ਇੱਕ ਰਸਤਾ ਇਹ ਹੁੰਦਾ ਵੀ ਅਸੀਂ ਕਿਤੇ ਰਾਹੀਂ ਜਾ ਸਕਦੇ ਹਾਂ, ਸਮੁੰਦਰ ਦੇ ਰਾਹੀਂ। ਇਸ ਤੋਂ ਬਾਅਦ ਪੱਲਮ ਸੀਗੇ, ਉਦੋਂ ਅੰਤਾਰ ਸੀਗੇ, ਠੀਕ ਆ, ਪਟਾਲੀਆ ਪੁੱਤਰ ਸੀ। ਤਾਂ ਇਹ ਨਕਸ਼ਾ ਜਿਹੜਾ ਆਪਣੇ ਕੋਲੇ ਬਹੁਤ ਕੁਛ ਆਪਾਂ ਨੂੰ ਸਿਖਾ ਰਿਹਾ। ਤਾਂ ਜਿਹੜੀ ਤੁਸੀਂ ਰੈੱਡ ਬਾਉਂਡਰੀ ਦੇਖੋ, ਥੱਲੋਂ ਕੁਛ ਨਹੀਂ ਹੋਇਆ, ਥੱਲੋਂ ਨੀਲੀ ਬਾਉਂਡਰੀ ਉੱਦਾਂ ਹੀ ਹੈ, ਜਿਹੜੀ ਉੱਪਰ ਰੈੱਡ ਬਾਉਂਡਰੀ ਆ। ਤੇ ਆਹ ਜਿਹੜਾ ਸਾਡਾ ਨਵਾਂ ਜਿਹੜਾ ਅੱਜ ਦਾ ਨਕਸ਼ਾ ਗਾ, ਉਹ ਭਾਰਤ ਦਾ ਨਕਸ਼ਾ ਦਿਖਾਇਆ ਗਿਆ ਤੁਹਾਨੂੰ। ਤਾਂ ਪਿਆਰੇ ਬੱਚਿਓ, ਅੱਜ ਅਸੀਂ ਗੁਪਤ ਜਿਹੜੇ ਸਾਮਰਾਜ ਦੀ ਜਿਹੜੀ ਆਹ ਇੱਥੇ ਸੀ ਜਿਹੜਾ ਗੁਪਤ ਸਾਮਰਾਜ ਦਾ ਅਧਿਕਾਰ ਰਿਹਾ, ਤਾਂ ਉਹਦੇ ਵਿੱਚ ਅਸੀਂ ਅੱਜ ਤੁਹਾਨੂੰ ਇੱਕ ਕਲਿੱਪਿੰਗ ਦਿਖਾਣੀ। ਇਹ ਜਿਹੜੇ ਉਸ ਟਾਈਮ ਦੇ ਕੀ ਸੀਗੇ ਰਾਜੇ ਮਹਾਰਾਜੇ ਸੀ। ਤਾਂ ਗੁਪਤ ਸਾਮਰਾਜ ਦੇ ਵਿੱਚ 326 ਈਸਵੀ ਪੂਰਵ ਵਿੱਚ ਭਾਰਤ ਤੋਂ ਵਾਪਸ ਜਾਣ ਸਮੇਂ ਜਿੱਤੇ ਹੋਏ ਖੇਤਰਾਂ ਵਿੱਚ ਗਵਰਨਰ ਨਿਯੁਕਤ ਕੀਤੇ ਸਨ। ਗਵਰਨਰ ਭਾਰਤ ਅਤੇ ਸਰਹੱਦੀ ਖੇਤਰਾਂ ਵਿੱਚ ਰਾਜ ਕਰਨ ਲੱਗ ਪਏ। ਇਹਨਾਂ ਨੂੰ ਇੰਡੋ ਗ੍ਰੀਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤਾਂ ਉਸ ਟਾਈਮ ਸੀ ਜਿਹੜਾ ਆਪਾਂ ਕਦੋਂ ਦੀ ਗੱਲ ਕਰ ਰਹੇ ਹਾਂ, 326 ਈਸਵੀ ਦੇ ਵਿੱਚ ਜਿਹੜੇ ਉਦੋਂ ਗਵਰਨਰ ਨਿਯੁਕਤ ਕੀਤੇ ਗਏ। ਪਹਿਲਾਂ ਸੈਨਾਪਤੀ ਹੁੰਦੇ ਸੀ, ਉਸ ਤੋਂ ਬਾਅਦ ਗਵਰਨਰ ਸੀ ਜਿਹੜੇ ਉਹ ਸਰਹੱਦ ਦੇ ਉੱਤੇ, ਜਿਹੜੇ ਮੈਂ ਤੁਹਾਨੂੰ ਰੈੱਡ ਲਾਈਨ ਤੋਂ ਬਾਹਰ ਵਾਲੇ ਦਿਖਾਇਆ, ਉਹ ਆਪਣੀ ਸਰਹੱਦ ਹੁੰਦੀ ਆ। ਤਾਂ ਉਹਦੇ ਵਿੱਚ ਆਪਾਂ ਨੂੰ ਕੀ ਹੁੰਦਾ, ਜਿਹੜੇ ਉੱਥੇ ਜਿਹੜੇ ਕਰਮਚਾਰੀ ਲਾਏ ਜਾਂਦੇ ਸੀ, ਗਵਰਨਰ ਲਾਏ, ਉਹਨਾਂ ਨੂੰ ਅਸੀਂ ਕੀ ਕਹਿੰਦੇ ਸੀ, ਇੰਡੋ ਗ੍ਰੀਕ। ਤਾਂ ਮੌਰੀਆ ਰਾਜ ਦੇ ਪਤਨ ਤੋਂ ਬਾਅਦ ਇਹਨਾਂ ਦੇ ਦੁਬਾਰਾ ਭਾਰਤ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਿਹੜਾ ਮੌਰੀਆ ਦਾ ਪਤਨ ਸੀ ਜਿਹੜਾ ਉਹ ਖਤਮ ਹੋ ਗਿਆ ਸੀ। ਮੌਰੀਆ ਲੋਕ ਜਿਹੜੇ ਸੀ ਉਹ ਆਪਦਾ ਰਾਜ ਸਮਾਪਤ ਕਰਕੇ ਦੁਬਾਰਾ ਚਲੇ ਗਏ ਸੀ, ਪਰੰਤੂ ਉਹਨਾਂ ਨੇ ਦੁਬਾਰਾ ਭਾਰਤ ਦੇ ਉੱਤੇ ਫਿਰ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ। ਡਿਮਿਸਟਰੀਅਲ ਇਹਨਾਂ ਵਿੱਚੋਂ ਇੱਕ ਸੀ। ਇੱਕ ਹੋਰ ਪ੍ਰਸਿੱਧ ਜਨਾਨੀ ਮਨਿੰਦਰ ਸੀ, ਜਿਸ ਨੇ ਪੁਸ਼ਪਾਮਿੱਤਰ ਸੁੰਗ ਦੇ ਕਾਲ ਵਿੱਚ ਹਮਲਾ ਕੀਤਾ। ਤਾਂ ਪਿਆਰੇ ਬੱਚੋਂ, ਇੱਦਾਂ ਜਿਹੜੇ ਉਹ ਸੀ ਆਪਾਂ ਰਾਮਾਇਣ ਦੇ ਵਿੱਚ ਦੇਖਦੇ ਹਾਂ, ਜਾਂ ਇਹ ਇੱਕ ਰੂਪ ਸੀ ਜਿਹੜੇ ਇੱਦਾਂ ਲੜਾਈਆਂ ਹੁੰਦੀਆਂ ਸੀ, ਇੱਦਾਂ ਦੀ ਰਾਜੇ ਦੇ ਪਹਿਰਾਵਾ ਹੁੰਦਾ ਸੀ, ਇੱਦਾਂ ਹੀ। ਤਾਂ ਜਿਹੜਾ ਇਹ ਹੌਲੀ ਹੌਲੀ ਸੁਧਰਦਾ ਰੂਪ ਅੱਜ ਅਸੀਂ ਕੱਪੜਿਆਂ ਦੀ ਵੀ ਚੇਂਜ ਦੇਖ ਰਹੇ ਹਾਂ ਅਤੇ ਹਥਿਆਰਾਂ ਦੀ ਵੀ ਅਸੀਂ ਕੀ ਕਰ ਰਹੇ ਹਾਂ, ਚੇਂਜ ਦੇਖ ਰਹੇ ਹਾਂ। ਤਾਂ ਮੱਧ ਏਸ਼ੀਆ ਤੋਂ ਆਈਆਂ ਜਾਤੀਆਂ ਵਿੱਚ ਸਿਥੀਅਨਜ਼ ਇੱਕ ਕਬੀਲਾ ਸੀ, ਜਿਨ੍ਹਾਂ ਨੂੰ ਸ਼ਕ ਵੀ ਕਿਹਾ ਜਾਂਦਾ ਹੈ। ਇਹ ਹਮਲਾਵਰ ਦੇ ਰੂਪ ਵਿੱਚ ਭਾਰਤ ਆਏ ਅਤੇ ਇੱਥੇ ਹੀ ਵਸ ਗਏ। ਤਾਂ ਉਹ ਕਿੱਥੋਂ ਆਏ ਸੀਗੇ, ਜਿਹੜੀਆਂ ਜਾਤੀਆਂ ਸੀ ਕੁਛ ਕਿੱਥੋਂ ਆਈਆਂ ਸੀ, ਮੱਧ ਏਸ਼ੀਆ ਤੋਂ ਆਈਆਂ ਸੀਗੀਆਂ। ਤਾਂ ਅਸੀਂ ਉਹਨਾਂ ਨੂੰ ਕੀ ਕਹਿੰਦੇ ਸੀ, ਕਬੀਲਿਆਂ ਦੇ ਨਾਮ ਨਾਲ ਜਾਣਦੇ ਸੀ, ਜਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਸੀ, ਸ਼ਕ। ਤੇ ਇਹ ਹਮਲਾਵਰ ਸੀ ਜਿਹੜੇ ਕਿੱਥੋਂ ਆਏ ਸੀਗੇ, ਭਾਰਤ ਤੋਂ ਆਏ ਸੀ, ਤੇ ਉਹ ਕਿੱਥੇ ਵਸ ਗਏ, ਇੱਥੇ ਹੀ ਰਹਿਣ ਲੱਗ ਪਏ ਸੀਗੇ। ਤਾਂ ਜਿਹੜਾ ਇਹ ਤੁਸੀਂ ਤਸਵੀਰ ਹੈ ਜਿਹੜੀ ਪਿਆਰੇ ਬੱਚੋ ਚੰਦਰਗੁਪਤ ਸੈਕਿੰਡ ਦੀ ਦੇਖ ਰਹੇ ਹੋ, ਇਹ ਜਿਹੜੀ ਤਸਵੀਰ ਆ ਇਹ ਹੈਗੀ ਆਪਣੀ ਰੁਦਰ ਦਮਨ। ਤਾਂ ਇਹ ਰੁਦਰ ਦਮਨ ਸੀ ਜਿਹੜਾ ਉਹ ਪਹਿਲਾ ਸੀ ਜਿਸ ਨੇ 200 ਈਸਵੀ ਵਿੱਚ ਰਾਜ ਕੀਤਾ। ਬਹੁਤ ਮਸ਼ਹੂਰ ਸ਼ਾਸਕ ਸ਼ਕ ਰਾਜਾ ਸੀ। ਆਪਾਂ ਸ਼ਕ ਦੀ ਗੱਲ ਕੀਤੀ ਹੈ, ਜਿਹੜੇ ਮੰਨ ਲਓ ਭਾਰਤ ਤੋਂ ਆਏ ਸੀ ਤਾਂ ਅਸੀਂ ਉਹਨਾਂ ਨੂੰ ਕੀ ਕਹਿਣ ਲੱਗ ਪਏ ਸੀ, ਸ਼ਕ ਕਹਿਣ ਲੱਗ ਪਏ ਸੀਗੇ। ਤਾਂ ਇਹ ਰੁਦਰ ਦਮਨ ਸੀ ਜਿਹੜਾ ਪਹਿਲਾ ਸੀ, 200 ਈਸਵੀ ਦੇ ਵਿੱਚ ਉਹਨੇ ਰਾਜ ਕੀਤਾ। ਚੌਥੀ ਸਦੀ ਦੇ ਆਖਿਰ ਵਿੱਚ ਗੁਪਤ ਸਾਮਰਾਟ ਚੰਦਰਗੁਪਤ II ਵਿਕਰਮਾਦਿੱਤਿਆ ਨੇ ਸ਼ਕਾਂ ਨੂੰ ਜਿੱਤ ਕੇ ਉਹਨਾਂ ਦੇ ਸ਼ਾਸਨ ਦਾ ਕੀ ਕਰਤਾ, ਅੰਤ ਕਰ ਦਿੱਤਾ। ਤਾਂ ਹੁਣ ਜਿਹੜਾ ਸੀਗਾ ਰੁਦਰ ਦਮਨ ਸੀਗਾ, ਠੀਕ ਹੈ, 200 ਈਸਵੀ ਦੇ ਵਿੱਚ ਸੀਗਾ। ਤਾਂ ਉਸ ਤੋਂ ਬਾਅਦ ਜਦੋਂ ਅਸਲ ਲਾਸਟ ਰਾਜਾ ਜਿਹੜਾ ਅਸੀਂ ਕਹਿੰਦੇ ਹਾਂ ਚੰਦਰਗੁਪਤ ਸੈਕਿੰਡ। ਤਾਂ ਚੰਦਰਗੁਪਤ ਦੂਸਰੇ ਨੇ ਕਦੋਂ ਜਿੱਤਿਆ, ਵਿਕਰਮਾਦਿੱਤਾ ਨੂੰ, ਸ਼ਕਾਂ ਨੂੰ ਜਿੱਤ ਕੇ ਉਹਨਾਂ ਦਾ ਸ਼ਾਸਨ ਦਾ ਕੀ ਕੀਤਾ, ਉਹਨਾਂ ਨੇ ਅੰਤ ਕੀਤਾ। ਤਾਂ ਇਸ ਤਰ੍ਹਾਂ ਜਿਹੜਾ ਇਹ ਕੀ ਆ, ਪੱਲਮ। ਤਾਂ ਇਹ ਆਪਣੇ ਕੋਲੇ ਰਾਜੇ ਨੇ ਪੱਲਮ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਪਾਰਥੀਅਨ ਕਹਿੰਦੇ ਹਨ। ਕੀ ਕਹਿੰਦੇ ਆ, ਪਾਰਥੀਅਨ। ਪੱਲਮ ਦਾ ਜਿਹੜਾ ਇੰਗਲਿਸ਼ ਦਾ ਅਰਥ ਆ ਪਾਰਥੀਅਨ। ਈਰਾਨ ਤੋਂ ਭਾਰਤ ਆਉਣ ਵਾਲਾ ਇੱਕ
ਹੋਰ ਵਿਦੇਸ਼ੀ ਕਬੀਲਾ ਸੀ। ਜਿਸ ਤਰ੍ਹਾਂ ਅਸੀਂ ਕਿਹਦੀ ਰੁਦਰ ਦੀ ਗੱਲ ਕੀਤੀ ਆ, ਉਸ ਤਰ੍ਹਾਂ ਹੀ ਇੱਕ ਇਹ ਪੱਲਮ ਸੀ, ਜਿਹੜੀ ਇੱਕ ਜਾਤੀ ਸੀ, ਵਿਦੇਸ਼ ਤੋਂ ਆਈ ਸੀ। ਇਹ ਕਬੀਲੇ ਸੀਗੇ। ਗੋਡ ਫਰਨਿਸ ਇਹਨਾਂ ਦਾ ਇੱਕ ਮਸ਼ਹੂਰ ਰਾਜਾ ਸੀਗਾ। ਉਸ ਨੇ ਬਹੁਤ ਸਾਰੇ ਤਾਂਬੇ ਦੇ ਸਿੱਕੇ ਜਾਰੀ ਕੀਤੇ। ਗੋਡਫਰਨਿਸ ਦੀ ਮੌਤ ਤੋਂ ਬਾਅਦ ਪੱਲਮ ਰਾਜ ਦਾ ਕੀ ਹੋ ਗਿਆ, ਅੰਤ ਹੋ ਗਿਆ, ਅਤੇ ਉਹ ਸਮੇਂ ਦੇ ਨਾਲ ਨਾਲ ਭਾਰਤੀ ਸਮਾਜ ਦਾ ਕੀ ਬਣ ਗਏ, ਹਿੱਸਾ ਬਣ ਗਏ। ਤਾਂ ਉਹ ਭਾਰਤ ਦੇ ਨਾਲ ਮਿਲੇ, ਉਹ ਤਾਂ ਭਾਰਤੀ ਰਾਜ ਦਾ ਹਿੱਸਾ ਬਣੇ। ਇਸ ਤਰ੍ਹਾਂ ਇਸ ਤੋਂ ਬਾਅਦ ਅਸੀਂ ਗੱਲ ਕਰਨੇ ਆ ਕੁਸ਼ਾਣ। ਮੱਧ ਏਸ਼ੀਆ ਤੋਂ ਆਏ ਸਾਰੇ ਕਬੀਲਿਆਂ ਵਿੱਚੋਂ ਕੁਸ਼ਾਣ ਸਭ ਤੋਂ ਮਹੱਤਵਪੂਰਨ ਸਨ। ਉਹ ਚੀਨ ਦੀ ਸਰਹੱਦ ਉੱਤੇ ਰਹਿਣ ਵਾਲੇ ਸਨ। ਪੱਛਮ ਦਿਸ਼ਾ ਵਿੱਚ ਯਾਤਰਾ ਕਰਦੇ ਹੋਏ ਉਹ 100 ਈਸਵੀ ਪੂਰਬ ਵਿੱਚ ਅਫਗਾਨਿਸਤਾਨ ਪਹੁੰਚ ਗਏ। ਤਾਂ ਪਿਆਰੇ ਬੱਚਿਓ, ਇੱਕ ਕੁਸ਼ਾਣ ਦੀ ਆ ਜਿਹੜੀ ਮੈਂ ਜਿੰਨੀ ਕੁ ਨੈੱਟ ਤੋਂ ਸਰਚ ਹੋਈ ਤਾਂ ਮੈਂ ਤਸਵੀਰ ਹੈ ਜਿਹੜੀ ਤੁਹਾਨੂੰ ਲਗਾਈ ਆ। ਤਾਂ ਇਹ ਕੁਸ਼ਾਣ ਲੋਕ ਨੇ। ਤਾਂ ਕੁਸ਼ਾਣ ਲੋਕ ਕਿੱਥੋਂ ਆਏ ਸੀਗੇ, ਮੱਧ ਏਸ਼ੀਆ ਤੋਂ ਆਏ ਸੀਗੇ। ਤਾਂ ਇਹ ਸਾਰੇ ਕਬੀਲੇ ਸੀ ਜਿਹੜੇ, ਇਹ ਇੱਕ ਮਹੱਤਵਪੂਰਨ ਕਬੀਲੇ ਸੀਗੇ। ਤਾਂ ਜਿਹੜੀ ਅਸੀਂ ਚੀਨ ਦੀ ਦੀਵਾਰ ਦੇਖਦੇ ਹਾਂ, ਸਰਹੰਦ ਦੇਖਦੇ ਹਾਂ, ਤਾਂ ਉਹ ਕੀ ਸੀਗੇ, ਉੱਥੋਂ ਦੇ ਰਹਿਣ ਵਾਲੇ ਸੀਗੇ, ਚੀਨ ਦੀ ਹੱਦ ਦੇ ਉੱਤੇ। ਤਾਂ ਜਿਹੜੀ ਪੱਛਮ ਦਿਸ਼ਾ ਵੈਸਟ, ਤਾਂ ਉਹਦੇ ਵਿੱਚ ਯਾਤਰਾ ਕੀਤੀ ਉਹਨਾਂ ਨੇ ਕਿੱਥੇ ਤੱਕ, 100 ਈਸਵੀ ਪੂਰਬ ਦੇ ਵਿੱਚ। ਤਾਂ ਉਹਨਾਂ ਨੇ 100 ਈਸਵੀ ਪੂਰਬ ਦੇ ਵਿੱਚ ਕਿਹੜੀ ਪਾਸੇ ਯਾਤਰਾ ਕੀਤੀ ਸੀ, ਪੱਛਮ ਦਿਸ਼ਾ ਦੇ ਵਿੱਚ ਯਾਤਰਾ ਕੀਤੀ ਸੀ। ਤਾਂ ਉਹ ਕਿੱਥੇ ਪਹੁੰਚ ਗਏ ਸੀਗੇ, ਅਫਗਾਨਿਸਤਾਨ ਦੇ ਵਿੱਚ ਪਹੁੰਚ ਗਏ ਸੀਗੇ। ਕੌਣ, ਮੱਧ ਏਸ਼ੀਆ ਦੇ ਵਿੱਚੋਂ ਜਿਹੜੇ ਆਏ ਸੀ ਕੁਸ਼ਾਣ। ਤਾਂ ਜਿਹੜੇ ਆਪਾਂ ਗੱਲ ਕਰਦੇ ਹਾਂ ਕੁਸ਼ਾਣ ਵੰਸ਼ ਦੀ, ਉਹਨਾਂ ਨੇ ਇੱਕ ਤਾਂ ਇਸ ਤਰ੍ਹਾਂ ਦੇ ਸਿੱਕੇ ਜਾਰੀ ਕੀਤੇ। ਜਿਹੜੇ ਅਸੀਂ ਅੱਜ ਦੇ ਸਿੱਕੇ ਦੇਖ ਰਹੇ ਹਾਂ ਉਹ ਸਟੇਟ ਗੌਰਮੈਂਟ ਦੇ ਬਣੇ ਹੋਏ ਨੇ ਜਾਂ ਸੈਂਟਰ ਦੇ, ਜਿਸ ਤਰ੍ਹਾਂ 4 ਰਾਜਿਆਂ ਦੀ 4 ਸ਼ੇਰਾਂ ਵਾਲੀ ਤਸਵੀਰ। ਤਾਂ ਉਦੋਂ ਜਿਹੜੇ ਉਹਨਾਂ ਦੇ ਰਾਜਾ ਮਹਾਰਾਜਾ ਦੀ ਆਪਣੀ ਮੁਦਰਾ ਸੀ, ਇਸ ਤਰ੍ਹਾਂ ਦੇ ਸਿੱਕੇ ਸੀ ਉਹਨਾਂ ਨੇ ਜਾਰੀ ਕੀਤੇ। ਇਹ ਆ ਕਨਿਸ਼ਕ। ਤਾਂ ਇਹ ਪਿਆਰੇ ਬੱਚੋ, ਇਹ ਹੈਗੀ ਆ ਕਨਿਸ਼ਕ ਦੀ ਤਸਵੀਰ। ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕਨਿਸ਼ਕ ਸੀ। ਉਸਨੇ 78 ਤੋਂ 102 ਈਸਵੀ ਤੱਕ ਕੀ ਕੀਤਾ, ਰਾਜ ਕੀਤਾ। ਉਹ ਇੱਕ ਮਹਾਨ ਜੇਤੂ ਸੀ। ਉਸ ਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ। ਤਾਂ ਅਸੀਂ ਗੱਲ ਕਰ ਰਹੇ ਹਾਂ ਅਫਗਾਨਿਸਤਾਨ ਤੇ ਪਹੁੰਚ ਗਏ ਸੀ ਇਹ। ਤਾਂ ਉਹ ਇੱਕ ਜਿਹੜਾ ਕਨਿਸ਼ਕ ਸੀ, ਇੱਕ ਪ੍ਰਸਿੱਧ ਰਾਜਾ ਸੀਗਾ। ਤਾਂ ਉਹਨੇ ਜਿਹੜਾ ਰਾਜ ਸੀ ਆਪਣਾ ਬਹੁਤ ਫੈਲਾਇਆ। ਤਾਂ ਜਿਹੜਾ ਉਹਦਾ ਰਾਜ ਸੀ ਉਹ ਕਿੱਥੇ ਤੱਕ ਫੈਲ ਗਿਆ, ਬਿਹਾਰ ਦੇ ਵਿੱਚ ਫੈਲ ਗਿਆ। ਤਾਂ ਉਸ ਸਮੇਂ ਦੇ ਮੁਦਰਾ ਵੀ ਉਹਨਾਂ ਨੇ ਜਾਰੀ ਕੀਤੀ, ਕੰਮ ਵੀ ਕਰਦੇ ਸੀਗੇ, ਅਤੇ ਹਰੇਕ ਚੀਜ਼ ਨਾਲ ਕੀ ਹੁੰਦਾ ਸੀ, ਅਟੈਚਮੈਂਟ ਹੁੰਦੀ ਸੀ। ਤਾਂ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜਿਹੜੇ ਬੁੱਧ ਧਰਮ ਦੇ ਕੀ ਮੰਨਦੇ ਸੀ। ਬੁੱਧ ਤਾਂ ਕਨਿਸ਼ਕ ਲੋਕ ਸੀ, ਬੁੱਧ ਧਰਮ ਨੂੰ ਮੰਨਦੇ ਸੀ। ਆਹ ਜਿਹੜੀਆਂ ਮੂਰਤੀਆਂ ਨੇ ਉਹਨਾਂ ਦੀਆਂ ਬਣਾਈਆਂ ਹੋਈਆਂ। ਅਸ਼ੋਕ ਦੀ ਤਰ੍ਹਾਂ ਕਨਿਸ਼ਕ ਵੀ ਬੁੱਧ ਧਰਮ ਨੂੰ ਮੰਨਦਾ ਸੀ। ਉਸ ਨੇ ਕਸ਼ਮੀਰ ਵਿੱਚ ਬੁੱਧ ਧਰਮ ਦੇ ਵਿਦਵਾਨਾਂ ਦੀ ਇੱਕ ਸਭਾ ਬੁਲਾਈ। ਤਾਂ ਜਿਹੜਾ ਅੱਜ ਦੀ ਕਸ਼ਮੀਰ ਆ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਬੁੱਧ ਧਰਮ ਦੇ ਜਿਹੜੇ ਵਿਦਵਾਨ ਸੀ, ਵਿਦਵਾਨ ਦਾ ਮਤਲਬ ਜਿਹੜੇ ਉਹਨਾਂ ਦੇ ਅਨੁਯਾਈ ਸੀ ਜਾਂ ਲੋਕ, ਵਧੀਆ ਵਿਦਵਾਨ ਦਾ ਮਤਲਬ ਹੁੰਦਾ ਸਿੱਖਿਆ, ਬੁੱਧ ਧਰਮ ਪ੍ਰਤੀ ਬਹੁਤ ਕੁਝ ਜਾਣਦੇ ਸੀਗੇ। ਉਹਦੀ ਇੱਕ ਕੀ ਕਰੀ, ਉਹਨਾਂ ਨੇ ਸਭਾ ਬੁਲਾਈ, ਬੈਠਕ ਜਾਂ ਆਪਾਂ ਕਹਿ ਸਕਦੇ ਹਾਂ ਇੱਕ ਮੀਟਿੰਗ, ਜਿਸ ਨੂੰ ਚੌਥੀ ਬੁੱਧ ਸਭਾ ਕਿਹਾ ਜਾਂਦਾ ਹੈ। ਜਿਹੜੀ ਇਹ ਮੀਟਿੰਗ ਸੀ ਕਨਿਸ਼ਕ ਨੇ ਅਸ਼ੋਕ ਦੀ ਤਰ੍ਹਾਂ ਜਿਹੜੀ ਬੁਲਾਈ ਸੀ। ਤਾਂ ਇਹ ਜਿਹੜੀ ਸਭਾ ਸੀ ਜਾਂ ਮੀਟਿੰਗ ਸੀ, ਇਹ ਕਿਹੜੀ ਸੀ, ਚੌਥੀ ਸੀ। ਉਸ ਨੇ ਬਹੁਤ ਸਾਰੇ ਬੌਧ ਸਤੂਪ, ਵਿਹਾਰ ਬਣਾਏ। ਉਸ ਨੇ ਸਮੇਂ ਵਿੱਚ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਾਈਆਂ। ਤਾਂ ਇਹ ਮੂਰਤੀਆਂ ਨੇ ਜਿਹੜੀਆਂ ਉਸ ਸਮੇਂ ਦੀਆਂ ਬਣਾਈਆਂ ਹੋਈਆਂ ਨੇ। ਜਦੋਂ ਅਸੀਂ ਕਿਤੇ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਉਦੋਂ ਅਸੀਂ ਦੇਖਦੇ ਹਾਂ, ਕਿਉਂਕਿ ਸਾਨੂੰ ਵੀ ਪੁਰਾਣੀਆਂ ਮੂਰਤੀਆਂ ਦਾ ਕੀ ਹੁੰਦਾ, ਜਦੋਂ ਇੱਕ ਦੇਖਦੇ ਹਾਂ ਤਾਂ ਸਾਨੂੰ ਆਕਰਸ਼ਿਤ ਕਰਦੀਆਂ ਨੇ। ਜਦੋਂ ਅਸੀਂ ਕਿਤੇ ਨਾ ਕਿਤੇ ਘੁੰਮਣ ਜਾਂਦੇ ਹਾਂ ਜਾਂ ਇੱਕ ਇਹੋ ਜਿਹੇ ਧਾਰਮਿਕ ਸਥਾਨ ਦੇ ਉੱਤੇ ਜਾਂ ਸੱਭਿਆਚਾਰ ਦੇ ਜਾਂ ਇਤਿਹਾਸਿਕ ਸਥਾਨ ਦੇ ਉੱਤੇ ਜਾਂਦੇ ਹਾਂ, ਤਾਂ ਜੇਕਰ ਸਾਨੂੰ ਇਸ ਤਰ੍ਹਾਂ ਦੀਆਂ ਮੂਰਤੀਆਂ ਨਹੀਂ ਦਿਖਦੀਆਂ ਤਾਂ ਸਾਨੂੰ ਉਹਨਾਂ ਆਨੰਦ ਨਹੀਂ ਆਉਂਦਾ ਯਾਤਰਾ ਦਾ। ਤਾਂ ਇਸ ਤਰ੍ਹਾਂ ਸੀ ਜਿਹੜਾ ਅਸ਼ੋਕ ਦੀ ਤਰ੍ਹਾਂ ਇੱਕ ਕਨਿਸ਼ਕ ਸੀ ਜਿਹੜਾ ਬੁੱਧ ਧਰਮ ਨੂੰ ਮੰਨਦਾ ਸੀ। ਉਸ ਨੇ ਕਸ਼ਮੀਰ ਦੇ ਵਿੱਚ ਕੀ ਕੀਤਾ, ਵਿਦਵਾਨਾਂ ਨੂੰ ਬੁਲਾਇਆ, ਇੱਕ ਮੀਟਿੰਗ ਬੁਲਾਈ। ਇਹ ਚੌਥੀ ਮੀਟਿੰਗ ਸੀ। ਤਾਂ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਬੌਧ ਸਬੂਤ ਸੀ ਜਿਹੜੇ ਬਣਾਉਣ ਦਾ ਨਿਰਣਾ ਕੀਤਾ।
ਤਾਂ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਾਈਆਂ। ਤਾਂ ਕਨਿਸ਼ਕ ਤੋਂ ਬਾਅਦ ਵਿਸ਼ਿਸ਼ਕ, ਹੁਵਿਸ਼ਿਸ਼ਕ, ਵਾਸੁਦੇਵ ਅਤੇ ਕੁਸ਼ਾਣ ਰਾਜਾ ਨੇ ਕੀ ਕੀਤਾ, ਰਾਜ ਕੀਤਾ। ਪਰੰਤੂ ਉਹ ਕਨਿਸ਼ਕ ਵਾਂਗ ਸ਼ਕਤੀਸ਼ਾਲੀ ਨਹੀਂ ਸਨ। ਜਿਹੜਾ ਕਨਿਸ਼ਕ ਸੀਗਾ ਪਿਆਰੇ ਬੱਚਿਓ, ਉਹ ਰਾਜਾ ਸੀ ਜਿਹੜਾ ਬਹੁਤ ਸ਼ਕਤੀਸ਼ਾਲੀ ਰਾਜਾ ਸੀਗਾ, ਤੇ ਉਹਨੇ ਕੀ ਕੀਤਾ ਜਿਹੜਾ ਵਧੀਆ ਰਾਜ ਕੀਤਾ ਸੀ। ਉਸ ਤੋਂ ਬਾਅਦ ਜਿਹੜੇ ਰਾਜੇ ਸੀ ਵਿਸ਼ਿਸ਼ਕ, ਹੁਵਿਸ਼ਿਸ਼ਕ, ਵਾਸੁਦੇਵ, ਕੁਸ਼ਾਣ ਰਾਜੇ ਸੀਗੇ ਜਿਹੜੇ, ਉਹਨਾਂ ਨੇ ਰਾਜ ਕੀਤਾ, ਪਰੰਤੂ ਉਹ ਕਨਿਸ਼ਕ ਵਾਂਗ ਜਿਹੜਾ ਆਪਣਾ ਰਾਜ ਪ੍ਰਬੰਧ ਸੀ ਵਧੀਆ ਨਹੀਂ ਚਲਾ ਸਕੇ। ਤੀਜੀ ਸਦੀ ਵਿੱਚ ਕੁਸ਼ਾਣ ਰਾਜ ਦਾ ਕੀ ਹੋ ਗਿਆ, ਹੁਣ ਇੱਥੇ ਕੀ ਹੋਇਆ, ਕੁਸ਼ਾਣ ਦਾ ਅੰਤ ਹੋ ਗਿਆ। ਤਾਂ ਹੁਣ ਅਸੀਂ ਮਿਥਿਹਾਸ ਦੀ ਫੇਰ ਗੱਲ ਕਰਦੇ ਹਾਂ, ਜਿਹੜੀ ਸਾਡੇ ਵਿੱਚ ਕੀ ਹੁੰਦੀ ਆ, ਦਿਮਾਗ ਦੇ ਵਿੱਚ ਗੱਲ ਹੁੰਦੀ ਆ, ਜਾਂ ਅਸੀਂ ਸੋਚਦੇ ਹਾਂ ਵੀ ਇਹ ਐ ਨਹੀਂ ਹੋ ਸਕਦੀ, ਤਾਂ ਅਸੀਂ ਉਹਨੂੰ ਕਿਹਦੇ ਨਾਲ ਜਾਂਦੇ ਹਾਂ, ਮਿਥਿਹਾਸ। ਉੱਤਰੀ ਭਾਰਤ ਵਿੱਚ ਪਾਂਡਵਾਂ ਦਾ ਰਾਜਾ ਸੀ। ਪਾਂਡਵਾਂ ਦੀ ਰਾਜਧਾਨੀ ਕੋਚੀਨ ਸੀ। ਜੇ ਮੰਨ ਲਓ ਅਸੀਂ ਕਹੀਏ ਇੱਕ ਕਲਪਨਾ ਕਹਿ ਸਕਦੇ ਹਾਂ, ਮਿਥਿਹਾਸ ਦਾ ਦੂਜਾ ਅਰਥ ਆ ਜਿਹੜਾ। ਉੱਤਰ ਭਾਰਤ ਦੇ ਸਾਰੇ ਕਬੀਲੇ ਅਫਗਾਨਿਸਤਾਨ ਤੋਂ ਆਏ ਸੀਗੇ। ਉੱਤਰ ਭਾਰਤ ਹਿੰਦੂਆਂ ਧਰਮ ਵਿੱਚ ਫੈਲਿਆ ਹੋਇਆ ਸੀ। ਤਾਂ ਇਹਦੇ ਫੈਕਟ ਕੀ ਪਿਆ, ਤਾਂ ਇਹ ਤਾਂ ਅਸੀਂ ਗੱਲ ਕਰ ਲਈ ਵੀ ਸਾਡੇ ਮਨ ਦੇ ਵਿੱਚ ਇੱਕ ਵਿਚਾਰ ਆਏ, ਮਿਥਿਹਾਸ ਆਇਆ ਵੀ ਇੱਦਾਂ ਦਾ ਸੀਗਾ, ਪਰੰਤੂ ਉਹ ਫੈਕਟ ਵੀ ਆ ਵੀ ਇਹ ਨਹੀਂ ਕਿਉਂ ਨਹੀਂ ਹੈਗਾ ਸੀ, ਕਿਉਂਕਿ ਉੱਤਰੀ ਭਾਰਤ ਵਿੱਚ ਕੁਸ਼ਾਣ ਰਾਜੇ ਦਾ ਰਾਜ ਸੀਗਾ। ਪਾਂਡਵਾਂ ਦੀ ਰਾਜਧਾਨੀ ਕੀ ਸੀ, ਮਥੁਰਾ ਸੀ। ਉੱਤਰ ਭਾਰਤ ਦੇ ਕੁਝ ਕਬੀਲੇ ਇਰਾਨ ਤੋਂ ਆਏ ਸੀਗੇ। ਉੱਤਰ ਭਾਰਤ ਵਿੱਚ ਜ਼ਿਆਦਾਤਰ ਬੁੱਧ ਧਰਮ ਫੈਲਿਆ ਹੋਇਆ ਸੀ। ਤਾਂ ਰਿਫਲੈਕਸ਼ਨ ਕੀ ਹੁੰਦਾ, ਜੇ ਮੰਨ ਲਓ ਅਸੀਂ ਕੋਈ ਚੀਜ਼ ਦੇਖਦੇ ਹਾਂ, ਜਦੋਂ ਅਸੀਂ ਕੋਈ ਪ੍ਰਤੀਬਿੰਬ ਬਣਦਾ ਸਾਡੇ ਵਿੱਚ, ਅਸੀਂ ਕਲਪਨਾ ਕਰਦੇ ਹਾਂ ਵੀ ਇੱਦਾਂ ਵੀ ਕੋਈ ਚੀਜ਼ ਹੋ ਸਕਦੀ ਆ, ਤਾਂ ਅਸੀਂ ਉਹਨੂੰ ਰਿਫਲੈਕਸ਼ਨ ਬੋਲਦੇ ਹਾਂ। ਜੇਕਰ ਤੁਹਾਨੂੰ ਉੱਤਰੀ ਭਾਰਤ ਦੇ ਰਹਿਣ ਸਹਿਣ ਦੇ ਅਨੁਸਾਰ ਰਹਿਣਾ ਪਵੇ ਤਾਂ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ, ਤਾਂ ਉੱਤਰੀ ਭਾਰਤ ਦੇ ਵਿੱਚ ਰਹਿਣ ਸਹਿਣ ਦੇ ਅਨੁਸਾਰ ਸਾਨੂੰ ਕਈ ਕਠਿਨਾਈਆਂ ਸਾਹਮਣਾ ਕਰਨਾ ਪੈਂਦਾ, ਕਿਉਂਕਿ ਉਸ ਸਮੇਂ ਦੇ ਜਿਹੜੇ ਰਹਿਣ ਸਹਿਣ ਦਾ ਢੰਗ ਸੀ ਵੱਖਰਾ ਸੀ। ਜੇਕਰ ਉਸ ਸਮੇਂ ਤੁਸੀਂ ਗਵਰਨਰ ਹੁੰਦੇ ਤਾਂ ਤੁਸੀਂ ਕੀ ਸੁਧਾਰ ਕਰਦੇ, ਤਾਂ ਅਸੀਂ ਅੱਜ ਅਭਿਆਸ ਕਰਦੇ ਹਾਂ ਪ੍ਰਸ਼ਨ। ਸਿਥੀਅਨਸ ਕਿੱਥੋਂ ਆਏ ਸਨ, ਇਹਨਾਂ ਨੂੰ ਕੀ ਕਿਹਾ ਜਾਂਦਾ ਹੈ। ਉੱਤਰ, ਸਿਥੀਅਨਸ ਮੱਧ ਏਸ਼ੀਆ ਤੋਂ ਆਈਆਂ ਜਾਤੀਆਂ ਵਿੱਚੋਂ ਸਨ ਅਤੇ ਇਹਨਾਂ ਨੂੰ ਸ਼ਕ ਕਿਹਾ ਜਾਂਦਾ ਹੈ। ਉਸ ਸ਼ਕ ਰਾਜੇ ਦਾ ਨਾਂ ਦੱਸੋ ਜਿਸ ਨੇ 200 ਈਸਵੀ ਵਿੱਚ ਰਾਜ ਕੀਤਾ। ਰੁਦਰਾ ਦਮਨ ਪਹਿਲਾ। ਸ਼ਕਾਂ ਦਾ ਅੰਤ ਕਿਵੇਂ ਹੋਇਆ। ਚੌਥੀ ਸਦੀ ਦੇ ਅਖੀਰ ਵਿੱਚ ਸਮਰਾਟ ਦੂਜਾ ਚੰਦਰਗੁਪਤ ਵਿਕਰਮਾਦਿੱਤਾ ਨੇ ਸ਼ਕਾਂ ਨੂੰ ਹਰਾ ਕੇ ਉਹਨਾਂ ਦੇ ਸ਼ਾਸਨ ਦਾ ਅੰਤ ਕੀਤਾ। ਪੱਲਮ ਕੌਣ ਸਨ। ਪੱਲਮ ਨੂੰ ਅੰਗਰੇਜ਼ੀ ਵਿੱਚ ਪਾਰਥੀਅਨ ਕਿਹਾ ਜਾਂਦਾ ਹੈ। ਇਹ ਈਰਾਨ ਤੋਂ ਭਾਰਤ ਆਏ ਸਨ। ਕੁਸ਼ਾਣ ਕਿੱਥੋਂ ਦੇ ਰਹਿਣ ਵਾਲੇ ਸਨ। ਕੁਸ਼ਾਣ ਚੀਨ ਦੀ ਸਰਹੱਦ ਤੇ ਰਹਿਣ ਵਾਲੇ ਸਨ। ਕੁਸ਼ਾਣ ਦੇ ਕਿਹੜੇ ਰਾਜੇ ਨੇ ਪੰਜਾਬ ਤੇ ਅਧਿਕਾਰ ਕੀਤਾ। ਕੁਜ਼ਲ ਕੈਂਡਫਿਸ਼। ਪੱਲਵਾਂ ਦਾ ਮਸ਼ਹੂਰ ਰਾਜਾ ਕੌਣ ਸੀ। ਗੋਡ ਫਰਨਿਸ ਇਹਨਾਂ ਦਾ ਰਾਜਾ ਸੀ। ਕਨਿਸ਼ਕ ਨੇ ਉਸ ਦੇ ਡੈਸ਼ ਤੋਂ ਡੈਸ਼ ਤੱਕ ਰਾਜ ਕੀਤਾ 78 ਤੋਂ 102। ਸਿੰਧ ਪੰਜਾਬ ਅਫਗਾਨਿਸਤਾਨ ਵਿੱਚ ਸ਼ਾਮਿਲ ਕੀਤਾ। ਕਨਿਸ਼ਕ ਨੇ ਚੌਥੀ ਸਭਾ ਬੁਲਾਈ ਸੀ। ਕਨਿਸ਼ਕ ਦਰਬਾਰ ਦਾ ਵਿਦਵਾਨ ਅਸ਼ਵ ਘੋਸ਼ ਸੀ। ਕਲਾ ਨੂੰ ਗੰਧਾਰ ਕਲਾ ਕਹਿੰਦੇ ਆ, ਯੂਨਾਨੀ ਤੇ ਭਾਰਤ ਨੂੰ ਮਿਲੀ ਹੋਈ ਨੂੰ। ਕੁਸ਼ਾਣ ਵੰਸ਼ ਰਾਜਿਆਂ ਦੇ ਨਾਮ ਹੁਵਿਸ਼ਕ, ਵਾਸ਼ੁਕ, ਵਿਸ਼ਿਸ਼ਕ। ਕੁਸ਼ਾਣ ਰਾਜ ਦਾ ਅੰਤ ਤੀਜੀ ਸਦੀ ਦੇ ਵਿੱਚ ਹੋਇਆ। ਤਾਂ ਪਿਆਰੇ ਬੱਚੋ, ਇਹ ਸਾਡਾ ਲੈਸਨ ਸੀਗਾ। ਤਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਲੈਸਨ ਆ ਜਿਹੜਾ ਪਸੰਦ ਆਇਆ ਹੋਊਗਾ। ਤਾਂ ਮੈਂ ਤੁਹਾਡਾ ਬਨੀਤ ਕੁਮਾਰ, ਸਰਕਾਰੀ ਕੋ ਐਜੂਕੇਸ਼ਨ ਸਕੂਲ ਬੁਢਲਾਡਾ। ਤਾਂ ਪਿਆਰੇ ਬੱਚਿਓ, ਮੈਨੂੰ ਉਮੀਦ ਆ ਕਿ ਤੁਸੀਂ ਲੈਸਨ ਆ ਜਿਹੜਾ ਇਹ ਧਿਆਨ ਦੇ ਨਾਲ ਸੁਣਿਆ ਹੋਊਗਾ। ਤਾਂ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।